ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਵਿੱਚ। ਜਿਹੜੇ ਸਟੂਡੈਂਟ ਪੀਐਸ ਟੈਟ ਜਾਂ ਸੀ ਟੈਟ 2022 ਦੀ ਤਿਆਰੀ ਕਰ ਰਹੇ ਨੇ, ਉਹਨਾਂ ਦੇ ਲਈ ਇਹ ਲਗਾਤਾਰ ਅਸੀਂ ਵੀਡੀਓਜ਼ ਅਪਲੋਡ ਕਰ ਰਹੇ ਹਾਂ। ਇਹ ਅੱਜ ਆਪਣੀ ਜਿਹੜੀ ਕਿ ਪੰਜਵੀਂ ਵੀਡੀਓ ਆ, ਤੇ ਇਹਦੇ ਵਿੱਚ ਆਪਾਂ ਪਾਠ ਜਿਹੜਾ ਤੀਜਾ ਕਰਾਂਗੇ, ਵਾਚਨ ਜਾਂ ਪੜ੍ਹਨ ਕੌਸ਼ਲ। ਪੰਜਾਬੀ ਭਾਸ਼ਾ ਜਾਂ ਪੰਜਾਬੀ ਪੈਡਾਗੋਜੀ ਦੀ ਲਗਾਤਾਰ ਅਸੀਂ ਥਿਊਰੀ ਕਰਵਾ ਰਹੇ ਹਾਂ ਇਸ ਚੈਨਲ ਤੇ। ਤੁਸੀਂ ਕਰ ਸਕਦੇ ਹੋ। ਅਸੀਂ ਲਗਾਤਾਰ ਜਿਹੜੀਆਂ ਪਹਿਲਾਂ 4 ਵੀਡੀਓ ਅਪਲੋਡ ਕਰ ਚੁੱਕੇ ਹਾਂ। ਸਿੱਖਿਆ ਸਿਧਾਂਤ ਤੇ ਸੂਤਰ, ਉਹ ਤੁਸੀਂ ਕਰ ਸਕਦੇ ਹੋ। ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਅੱਜ ਦਾ ਟੌਪਿਕ ਹੈ ਜਿਹੜਾ ਆਪਣਾ, ਉਹ ਹੈ ਵਾਚਨ। ਵਾਚਨ ਕੀ ਹੁੰਦਾ ਹੈ ਉਹ ਤੁਹਾਨੂੰ ਦੱਸਾਂਗੇ। ਜਾਂ ਪੜ੍ਹਨ ਕੌਸ਼ਲ ਜਾਂ ਵਾਚਨ ਕੌਸ਼ਲ, ਕਿੰਨੇ ਪ੍ਰਕਾਰ ਦੇ ਜਿਹੜੇ ਕੌਸ਼ਲ ਹੁੰਦੇ ਨੇ ਪੰਜਾਬੀ ਭਾਸ਼ਾ ਦੇ ਵਿੱਚ, ਪੰਜਾਬੀ ਪੈਡਾਗੋਜੀ ਦੇ ਵਿੱਚ। ਇਹ ਪਾਠ ਤੀਸਰਾ ਰਹੇਗਾ ਤੇ ਭਾਗ ਪਹਿਲਾ ਇਸ ਦਾ। ਇਹਨੂੰ ਵੀ 2 ਭਾਗਾਂ ਦੇ ਵਿੱਚ ਹੀ ਅਸੀਂ ਵੀਡੀਓ ਬਣਾਵਾਂਗੇ। ਪੜ੍ਹਨ ਕੌਸ਼ਲ ਤੋਂ ਬਾਅਦ ਆਪਾਂ ਲਿਖਣ ਕੌਸ਼ਲ ਕਰਾਂਗੇ। ਇਸ ਤਰ੍ਹਾਂ ਹੀ ਆਪਾਂ ਸਾਰੇ ਹੀ ਕੌਸ਼ਲ ਲਗਾਤਾਰ ਕਰਦੇ ਰਵਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਕੌਸ਼ਲ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਇੱਥੇ ਕੌਸ਼ਲ ਆ ਕਿੰਨੇ ਪ੍ਰਕਾਰ ਦੇ ਪੰਜਾਬੀ ਭਾਸ਼ਾ ਦੇ ਵਿੱਚ। ਕੌਸ਼ਲ ਪੰਜਾਬੀ ਭਾਸ਼ਾ ਦੇ ਵਿੱਚ 4 ਕੌਸ਼ਲ ਹੁੰਦੇ ਹਨ, ਜਿਵੇਂ ਕਿ ਸੁਣਨਾ, ਬੋਲਣਾ, ਪੜ੍ਹਨਾ ਤੇ ਲਿਖਣਾ। ਇਹਦੇ ਵਿੱਚ ਅਕਸਰ ਜਿਹੜਾ MCQ ਟਾਈਪ ਜਿਹੜਾ ਪ੍ਰਸ਼ਨ ਪੁੱਛਿਆ ਜਾਂਦਾ ਕਿ ਗੈਰ ਰਸਮੀ ਕੌਸ਼ਲ ਕਿਹੜੇ ਰਹਿੰਦੇ ਆ। ਗੈਰ ਰਸਮੀ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਹੀ ਦੱਸਿਆ ਸੀ, ਇਸ ਵਿੱਚ ਵੀ ਦੱਸ ਦਿੰਦੇ ਆ ਕਿ ਗੈਰ ਰਸਮੀ ਉਹ ਹੁੰਦੇ ਹਨ ਜੋ ਘਰ ਵਿੱਚ ਰਹਿ ਕੇ ਬੱਚਾ ਸਿੱਖਦਾ ਹੈ। ਘਰ ਵਿੱਚ ਸਿੱਖਣ ਵਾਲੇ ਕੌਸ਼ਲ ਨੂੰ ਆਪਾਂ ਗੈਰ ਰਸਮੀ ਕੌਸ਼ਲ ਕਹਿੰਦੇ ਹਾਂ। ਜਿਵੇਂ ਬੱਚਾ ਛੋਟਾ ਹੁੰਦਾ, ਸਭ ਤੋਂ ਪਹਿਲਾਂ ਸੁਣਨਾ ਸਿੱਖਦਾ। ਘਰ ਵਿੱਚ ਬੋਲਦੇ ਨੇ ਉਹਨੂੰ, ਇਸ ਤਰ੍ਹਾਂ ਬੋਲੋ ਬੇਟਾ, ਇਸ ਤਰ੍ਹਾਂ ਬੋਲੋ। ਜਾਂ ਬੱਚੇ ਨੂੰ ਕਿਹਾ ਜਾਂਦਾ, ਬੱਚੇ ਵੀ ਤੁਸੀਂ ਇਹ ਨਾਮ ਪੁਕਾਰੋ, ਮਾਂ ਕਹੋ, ਪਾਪਾ ਕਹੋ। ਉਹ ਬੱਚਾ ਹੌਲੀ ਹੌਲੀ ਫਿਰ ਜਦੋਂ ਸਮਝਦਾਰ ਹੁੰਦਾ, ਉਹ ਬੋਲਣ ਦੀ ਕੋਸ਼ਿਸ਼ ਕਰਦਾ, ਫਿਰ ਹੌਲੀ ਹੌਲੀ ਉਹ ਬੋਲਣ ਲੱਗ ਜਾਂਦਾ। ਫਿਰ ਉਹ ਜਿਹੜੇ 2 ਕੌਸ਼ਲ ਨੇ, ਇਹ ਘਰ ਦੇ ਵਿੱਚ ਹੀ ਸ਼ੁਰੂ ਹੋ ਜਾਂਦੇ ਨੇ। ਇਹ ਆਪਣੀ ਮਾਂ ਭਾਸ਼ਾ ਵਿੱਚ ਸਿੱਖਦੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਮਾਂ ਭਾਸ਼ਾ ਵਿੱਚ ਕਿਹੜੇ ਕੌਸ਼ਲ ਨੇ ਜਿਹੜੇ ਸ਼ੁਰੂ ਹੋ ਜਾਂਦੇ ਨੇ। ਤੁਸੀਂ ਸੁਣਨਾ ਤੇ ਬੋਲਣਾ ਲਿਖ ਸਕਦੇ ਹੋ। ਜਾਂ ਫਿਰ ਤੁਹਾਡੇ ਤੋਂ ਪੁੱਛਿਆ ਜਾਏਗਾ ਗੈਰ ਰਸਮੀ ਕੌਸ਼ਲ ਕਿਹੜੇ ਹੁੰਦੇ ਆ, ਤੁਸੀਂ ਲਿਖ ਸਕਦੇ ਹੋ। ਪੜ੍ਹਨਾ ਤੇ ਬੋਲਣਾ ਗੈਰ ਰਸਮੀ ਹੁੰਦੇ ਨੇ। ਉਧਰੀ ਗੱਲ ਕਰੀਏ ਆਪਾਂ ਰਸਮੀ ਸਿੱਖਿਆ ਜਾਂ ਰਸਮੀ ਕੌਸ਼ਲ, ਤਾਂ ਰਸਮੀ ਸਿੱਖਿਆ ਜਾਂ ਰਸਮੀ ਕੌਸ਼ਲ ਕਿਹੜੇ ਹੁੰਦੇ ਆ? ਉਹ 2 ਹੁੰਦੇ ਆ, ਇਹ ਵੀ ਪੜ੍ਹਨਾ ਤੇ ਲਿਖਣਾ। ਇਸ ਦਾ ਮਤਲਬ ਕੀ ਹੈ ਕਿ ਸਕੂਲ ਵਿੱਚੋਂ ਜਿਹੜਾ ਬੱਚਾ ਸਿੱਖਦਾ ਹੈ, ਸਕੂਲ ਦੇ ਵਿੱਚੋਂ ਜਿਵੇਂ ਬੱਚਾ ਪੜ੍ਹਨਾ ਸਿੱਖ ਲੈਂਦਾ ਹੈ, ਲਿਖਣਾ ਸਿੱਖ ਲੈਂਦਾ ਹੈ, ਜਿਹੜਾ ਬੋਲਣਾ ਹੁੰਦਾ ਉਹ ਘਰ ਵਿੱਚੋਂ ਸਿੱਖ ਲੈਂਦਾ, ਸੁਣਨਾ ਵੀ। ਪੜ੍ਹਨਾ ਤੇ ਲਿਖਣਾ 2 ਕੌਸ਼ਲ ਨੇ, ਇਹ ਸਕੂਲ ਦੇ ਵਿੱਚੋਂ ਸਿੱਖਦਾ ਬੱਚਾ। ਇਸ ਕਰਕੇ ਇਸ ਨੂੰ ਰਸਮੀ ਸਿੱਖਿਆ ਕਿਹਾ ਜਾਂਦਾ ਹੈ, ਰਸਮੀ ਕੌਸ਼ਲ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਭਾਸ਼ਾ ਕੌਸ਼ਲ ਦਾ ਕ੍ਰਮ ਜਿਹੜਾ ਰਹਿੰਦਾ, ਜਿਹੜਾ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਬਹੁਤ ਜ਼ਰੂਰੀ ਹੈ। ਅਕਸਰ ਹੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਭਾਸ਼ਾ ਕੌਸ਼ਲ ਦਾ ਕ੍ਰਮ। ਇਹ ਸਭ ਤੋਂ ਪਹਿਲਾਂ ਬੱਚਾ ਸੁਣਨਾ ਸਿੱਖਦਾ ਹੈ, ਫਿਰ ਬੋਲਦਾ ਹੈ, ਫਿਰ ਪੜ੍ਹਦਾ ਹੈ, ਫਿਰ ਲਿਖਦਾ ਹੈ। ਤੇ ਜੇਕਰ ਮਤੇਸਰੀ ਦਾ ਹੋਵੇ ਇੱਥੇ, ਇਹ ਬਹੁਤ ਜ਼ਰੂਰੀ ਆ। ਮਤੇਸਰੀ ਨੇ ਵੀ ਆਪਣੇ ਕੌਸ਼ਲ ਦਿੱਤੇ, ਕੌਸ਼ਲ ਕ੍ਰਮ। ਉਹਨੇ ਸਭ ਤੋਂ ਪਹਿਲਾਂ ਲਿਖਣ ਨੂੰ ਹੀ ਆਪਣਾ ਮੰਨਿਆ ਹੈ ਕਿ ਬੱਚਾ ਪਹਿਲਾਂ ਲਿਖਣਾ ਸਿੱਖੇਗਾ, ਫਿਰ ਬੋਲਣਾ, ਫਿਰ ਪੜ੍ਹਨਾ, ਫਿਰ ਇਸ ਤਰ੍ਹਾਂ ਸੁਣਨਾ। ਇਹ ਸਾਰਾ ਮਤੇਸਰੀ ਦਾ ਆਪਾਂ ਅੱਗੇ ਵਿਧੀਆਂ ਦੇ ਵਿੱਚ ਵੀ ਪੜਾਂਗੇ। ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸੁਣਨ ਦੀ ਗੱਲ ਕਰੀਏ। ਸੁਣਨਾ ਪਲੱਸ ਸਮਝਣਾ ਦੋਨਾਂ ਨਾਲ ਚੱਲਦੇ ਨੇ। ਦੇਖੋ, ਜੇਕਰ ਬੱਚਾ ਸੁਣ ਰਿਹਾ ਤੇ ਉਹ ਸਮਝ ਵੀ ਰਿਹਾ, ਉਸ ਨੂੰ ਕਹਾਂਗੇ ਆਪਾਂ ਵੀ ਉਹ ਸੁਣ ਰਿਹਾ ਹੈ। ਦੋਨੋਂ ਨਾਲ ਨਾਲ ਚੱਲਣਗੇ। ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਕਿ ਸੁਣਨਾ ਤੇ ਸਮਝਣਾ ਦੋਨੋਂ ਕਿੱਦਾਂ ਚੱਲਣਗੇ? ਇੱਕ ਸਾਥ ਚੱਲਣਗੇ, ਅਲੱਗ-ਅਲੱਗ ਚੱਲਣਗੇ, ਜਾਂ ਦੋਨਾਂ ਦੇ ਵਿੱਚੋਂ ਕੋਈ ਵੀ ਨਹੀਂ? ਇਸ ਤਰ੍ਹਾਂ ਤੁਹਾਡੇ ਤੋਂ ਪ੍ਰਸ਼ਨ ਪੁੱਛਿਆ ਜਾ ਸਕਦਾ। ਤਾਂ ਇਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਇਹ ਨਾਲ ਨਾਲ ਚੱਲਦੇ ਨੇ। ਬੱਚਾ ਸੁਣੇਗਾ ਵੀ ਤੇ ਸਮਝੇਗਾ ਵੀ। ਜਦੋਂ ਸੁਣ ਲਿਆ ਬੱਚੇ ਨੇ, ਫਿਰ ਨਾਲ ਦੀ ਨਾਲ ਸਮਝਣਾ। ਇਹ ਲਗਾਤਾਰ ਇੱਕੋ ਸਾਥ ਹੋਣ ਵਾਲੀਆਂ ਇਹ ਗਤੀਵਿਧੀਆਂ ਨੇ। ਇਹਦੇ ਵਿੱਚ ਵੀ ਲਿਖਿਆ, ਸੁਣਨਾ ਕਿਸ ਨੂੰ ਕਹਿੰਦੇ ਆ? ਬੱਚਾ ਸੁਣ ਤਾਂ ਰਿਹਾ ਹੈ ਪਰੰਤੂ ਸਮਝ ਨਹੀਂ ਰਿਹਾ, ਉਹਨੂੰ ਸੁਣਨਾ ਨਹੀਂ ਬੋਲਦੇ। ਮਤਲਬ ਕਿ ਬੱਚਾ ਸੁਣੇਗਾ, ਪਹਿਲਾਂ ਸੁਣਦਾ ਹੈ, ਫਿਰ ਉਸਨੂੰ ਸਮਝਦਾ ਹੈ, ਫਿਰ ਬੱਚਾ ਸੁਣ ਕੇ ਨਾਲ ਦੀ ਨਾਲ ਸਮਝੇ, ਉਸਨੂੰ ਆਪਾਂ ਕਹਾਂਗੇ ਬੱਚਾ ਸੁਣ ਰਿਹਾ ਹੈ। ਜੇ ਬੱਚਾ ਸੁਣਦਾ ਹੈ ਤੇ ਸਮਝ ਨਹੀਂ ਰਿਹਾ, ਇਸ ਦਾ ਮਤਲਬ ਹੈ ਕਿ ਉਹ ਬੱਚਾ ਨਹੀਂ ਸੁਣ ਰਿਹਾ।
ਇਸ ਕਰਕੇ ਸੁਣਨ ਦਾ ਜਿਹੜਾ ਅਸਲੀ ਅਰਥ ਹੈ ਤੁਹਾਨੂੰ ਦੱਸ ਦਿੱਤਾ ਕਿ ਬੱਚਾ ਸੁਣੇ ਤੇ ਉਸਨੂੰ ਸਮਝੇ। ਉਸ ਤੋਂ ਬਾਅਦ ਆਪਾਂ ਪੜ੍ਹਨ ਵਾਚਨ ਜਾਂ ਪੜ੍ਹਨਾ ਜਾਂ ਵਾਚਨ ਕਹਿ ਸਕਦੇ ਹਾਂ। ਪੜ੍ਹਨਾ ਕਿਸ ਨੂੰ ਕਹਾਂਗੇ? ਜਦੋਂ ਬੱਚਾ ਵਾਚਨ ਕਰੇ, ਮਤਲਬ ਪੜ੍ਹੇ ਤੇ ਉਹਦੇ ਅਰਥ ਗ੍ਰਹਿਣ ਕਰੇ। ਮਤਲਬ ਏਦਾਂ ਨਹੀਂ ਵੀ ਬੱਚਾ ਇੱਕ ਪੜ੍ਹ ਰਿਹਾ ਹੈ, ਇੱਕ ਕਿਤਾਬ ਪੜ੍ਹਦਾ ਪਿਆ ਹੈ ਜਾਂ ਇੱਕ ਵਾਕ ਪੜ੍ਹਦਾ ਪਿਆ ਹੈ, ਉਸਨੂੰ ਮਤਲਬ ਨਹੀਂ ਪਤਾ ਲੱਗ ਰਹੇ। ਇਸ ਦਾ ਮਤਲਬ ਹੈ ਉਹਨੂੰ ਪੜ੍ਹਨਾ ਨਹੀਂ ਬੋਲਦੇ ਜਾਂ ਵਾਚਨ ਨਹੀਂ ਬੋਲਦੇ। ਵਾਚਨ ਤਾਂ ਕਰ ਰਿਹਾ ਹੈ, ਅਗਰ ਬੱਚਾ ਵਾਚਨ ਤਾਂ ਕਰ ਰਿਹਾ ਪਰੰਤੂ ਅਰਥ ਨਹੀਂ ਸਮਝ ਰਿਹਾ ਜਾਂ ਗ੍ਰਹਿਣ ਨਹੀਂ ਕਰ ਰਿਹਾ, ਉਹਨੂੰ ਪੜ੍ਹਨਾ ਨਹੀਂ ਬੋਲਦੇ। ਇਸ ਤੇ ਵੀ ਇੱਕ ਤੁਹਾਡੇ ਤੋਂ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਪੜ੍ਹਨਾ ਕਿਸ ਨੂੰ ਬੋਲਦੇ ਆ? ਵਾਚਨ ਅਤੇ ਅਰਥ ਨੂੰ, ਸੁਣਨਾ ਤੇ ਅਰਥ ਨੂੰ, ਪੜ੍ਹਨਾ ਤੇ ਅਰਥ ਨੂੰ। ਇਸ ਤਰ੍ਹਾਂ ਤੁਹਾਡੇ ਤੋਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤੇ ਉਹਦੇ ਵਿੱਚ ਕੀ ਪੜ੍ਹਨਾ ਤੇ ਅਰਥਾਂ ਨੂੰ ਸਮਝੇ, ਉਸਨੂੰ ਹੀ ਪੜ੍ਹਨਾ ਕਿਹਾ ਜਾਂਦਾ ਹੈ। ਮੋਸਟ ਇੰਪੋਰਟੈਂਟ ਨੇ ਇਹ ਪੁਆਇੰਟ, ਤੇ ਇਹਨਾਂ ਤੇ ਅਕਸਰ MCQ ਪੱਕਾ ਹੀ ਪੁੱਛਿਆ ਜਾਏਗਾ ਤੇ ਪੁੱਛਿਆ ਜਾਂਦਾ ਰਿਹਾ ਹੈ, ਚਾਹੇ ਤੁਸੀਂ ਪਿਛਲੇ ਪੇਪਰ ਚੱਕ ਕੇ ਦੇਖ ਸਕਦੇ ਹੋ। ਇਸ ਤੋਂ ਆਪਾਂ ਨੈਕਸਟ ਚੱਲਦੇ ਹਾਂ ਕਿ ਵਾਚਨ। ਸਭ ਤੋਂ ਪਹਿਲਾਂ ਆਪਣਾ ਜਿਹੜਾ ਟੌਪਿਕ ਹੀ ਹੈ ਅੱਜ ਦਾ, ਵਾਚਨ ਕੌਸ਼ਲ ਜਾਂ ਪੜ੍ਹਨ ਕੌਸ਼ਲ। ਤੇ ਆਪਾਂ ਜਿਹੜਾ ਸਾਰਾ ਹੀ ਵਾਚਨ, ਹਮੇਸ਼ਾ ਹੀ ਪੇਪਰ ਦੇ ਵਿੱਚ ਵਾਚਨ ਕੌਸ਼ਲ ਆਉਂਦਾ ਰਿਹਾ, ਪੜ੍ਹਨਾ ਕੌਸ਼ਲ ਦਾ ਘੱਟ ਬਹੁਤ ਲਿਖਿਆ ਜਾਂਦਾ। ਇਸ ਕਰਕੇ ਵਾਚਨ ਕੌਸ਼ਲ ਨੂੰ ਹੀ ਲੈ ਕੇ ਚੱਲਾਂਗੇ। ਵਾਚਨ ਕੌਸ਼ਲ ਦੀਆਂ ਕਿਸਮਾਂ ਦੇਖੋ। ਵਾਚਨ ਦਾ ਤੁਹਾਨੂੰ ਮਤਲਬ ਦੱਸ ਦਿੱਤਾ ਹੈ। ਵਾਚਨ ਉਸ ਨੂੰ ਕਿਹਾ ਜਾਂਦਾ ਹੈ ਜਦੋਂ ਬੱਚਾ ਪੜ੍ਹੇ ਤੇ ਉਹਦੇ ਅਰਥ ਗ੍ਰਹਿਣ ਕਰੇ, ਉਸਨੂੰ ਵਾਚਨ ਕਿਹਾ ਜਾਂਦਾ ਹੈ। ਬਸ ਇੰਨੀਆਂ ਕੁ ਪਰਿਭਾਸ਼ਾਵਾਂ ਜਿਹੜੀਆਂ ਜ਼ਰੂਰੀ ਰਹਿੰਦੀਆਂ ਨੇ। ਆਪਾਂ ਜ਼ਿਆਦਾ ਡੂੰਘਾਈ 'ਚ ਵੀ ਨਹੀਂ ਜਾਣਾ ਤੇ ਏਦਾਂ ਵੀ ਨਹੀਂ ਵੀ ਹਲਕਾ ਹਲਕਾ ਉੱਪਰੋਂ ਦੀ ਲੰਘ ਜਾਈਏ ਤੇ ਸਮਝ ਕੁਛ ਲੱਗੇ ਨਾ। ਇਸ ਤਰ੍ਹਾਂ ਆਪਾਂ ਮੇਨ ਜਿਹੜੇ ਟੌਪਿਕ ਤੇ ਮੇਨ ਪੁਆਇੰਟ ਨੇ ਉਹ ਆਪਾਂ ਡਿਸਕਸ ਕਰਦੇ ਜਾਵਾਂਗੇ। ਹਾਂਜੀ, ਉਸ ਤੋਂ ਬਾਅਦ ਵਾਚਨ ਕੌਸ਼ਲ ਦੀਆਂ ਕਿਸਮਾਂ ਦੇਖੋ। ਦੋ ਪ੍ਰਕਾਰ ਦੀ ਜਿਹੜੇ ਵਾਚਨ ਕੌਸ਼ਲ ਨੇ, ਸੂਖਮ ਵਾਚਨ ਕੌਸ਼ਲ ਤੇ ਸਮੂਥ ਵਾਚਨ। ਵਾਚਨ ਆ ਜੀ, ਇੱਥੇ ਵਾਚਕ ਲਿਖਿਆ ਹੋਇਆ, ਵਾਚਨ ਕਰ ਲਿਓ ਸਹੀ, ਇੱਥੇ ਅੰਨਾ ਕਰ ਲਿਓ, ਇੱਥੇ ਚਲੋ ਮਿਸਟੇਕ ਹੋ ਗਈ, ਵਾਚਨ ਕਰ ਲੈਣਾ, ਠੀਕ ਹੈ ਜੀ। ਇੱਥੇ ਸੂਖਮ ਵਾਚਨ ਤੇ ਸਥੂਲ ਵਾਚਨ। ਦੇਖੋ ਸਭ ਤੋਂ ਪਹਿਲਾਂ ਆਪਾਂ ਸੂਖਮ ਵਾਚਨ ਦੀ ਗੱਲ ਕਰੀਏ। ਇਹਦੇ ਵਿੱਚ ਪੁਆਇੰਟ ਦੇ ਵਿੱਚ ਵੀ ਲਿਖਿਆ ਹੋਇਆ ਕਿ ਸਿੱਖਿਆ ਬੋਰਡ ਦੁਆਰਾ ਨਿਰਧਾਰਿਤ ਕੀਤੇ ਸਿਲੇਬਸ ਜਾਂ ਕਿਤਾਬਾਂ ਆਦੀਆਂ ਨੂੰ ਪੜ੍ਹਨਾ। ਦੇਖੋ ਬੱਚਾ ਸਕੂਲ ਜਾਂਦਾ ਹੈ ਤਾਂ ਉਹ ਆਪਣੇ ਸਿਲੇਬਸ ਦੀਆਂ ਕਿਤਾਬਾਂ ਪੜ੍ਹੇਗਾ, ਬੁੱਕਸ ਪੜ੍ਹੇਗਾ, ਇੱਕੋ ਬਿਨਾਂ ਸਿਲੇਬਸ ਤੋਂ ਬੁੱਕ ਪੜ੍ਹੇਗਾ। ਇਹਨਾਂ ਦੋਨਾਂ 'ਚ ਅੰਤਰ ਹੈ, ਉਹੀ ਇਹਦੇ ਵਿੱਚ ਲਿਖਿਆ ਹੋਇਆ। ਜਿਹੜਾ ਤਾਂ ਉਹਨੂੰ ਇੱਕ ਕਲਾਸ ਦੇ ਵਿੱਚ ਸਿਲੇਬਸ ਦਿੱਤਾ ਜਾਂਦਾ, ਕਿਤਾਬਾਂ ਦਿੱਤੀਆਂ ਜਾਂਦੀਆਂ, ਬੱਚਾ ਉਸਨੂੰ ਪੜ੍ਹਦਾ ਹੈ, ਉਸਨੂੰ ਸੂਖਮ ਵਾਚਨ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਜਿਸ ਨੂੰ ਬੱਚਾ ਪੜ੍ਹ ਕੇ ਪਾਸ ਹੁੰਦਾ ਹੈ, ਆਪਣੇ ਪੇਪਰ ਦਿੰਦਾ, ਪੇਪਰਾਂ ਦੇ ਵਿੱਚ ਪਾਸ ਹੁੰਦਾ ਹੈ, ਉਸਦੀ ਅਗਲੀ ਕਲਾਸ ਜਾਣ ਦੇ ਲਈ ਜਿਹੜੀ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ, ਉਹ ਇਹ ਸਿਲੇਬਸ ਤੇ ਕਿਤਾਬਾਂ ਪੂਰਨ ਕਰਦੀਆਂ ਨੇ। ਉਧਰ ਹੀ ਗੱਲ ਕਰੀਏ ਅਗਲੀ ਜਮਾਤ ਵਿੱਚ ਦਾਖਲਾ ਮਿਲੇ, ਮਤਲਬ ਬੱਚਾ ਪੜ੍ਹਦਾ ਹੈ, ਪਾਸ ਹੋਏਗਾ, ਫਿਰ ਅਗਲੀ ਕਲਾਸ ਦੇ ਵਿੱਚ ਉਹਨੂੰ ਦਾਖਲਾ ਮਿਲੇਗਾ। ਇਹ ਹੋ ਗਿਆ ਸੂਖਮ ਵਾਚਨ ਦੇ ਵਿੱਚ। ਦੇਖੋ ਸੂਖਮ ਵਾਚਨ ਟੋਟਲੀ ਜਿਹੜਾ ਸਕੂਲ ਦੇ ਨਾਲ ਮਿਲਦਾ ਹੈ, ਅਧਿਆਪਕ ਉਸ ਨੂੰ ਪੜ੍ਹਾਏਗਾ, ਜਿਹੜਾ ਵੀ ਸਿਲੇਬਸ ਹੈ ਸਿਲੇਬਸ ਨੂੰ ਪੜ੍ਹਾਏਗਾ, ਬੱਚਾ ਕਿਤਾਬਾਂ ਦੇ ਵਿੱਚ ਪੜ੍ਹੇਗਾ, ਉਹਦੇ ਪ੍ਰਸ਼ਨ ਉੱਤਰ ਕਰੇਗਾ ਕਾਪੀ ਉੱਤੇ, ਫਿਰ ਉਹ ਜਦੋਂ ਪੇਪਰ ਆਉਣਗੇ ਆਪਣਾ ਯਾਦ ਕਰਕੇ ਪੇਪਰ ਦੇਗਾ, ਪੇਪਰ ਤੋਂ ਬਾਅਦ ਉਹ ਪਾਸ ਹੋਏਗਾ, ਉਹ ਅਗਲੀ ਜਮਾਤ ਦੇ ਵਿੱਚ ਜਾਏਗਾ। ਇਹ ਸਾਰਾ ਸੂਖਮ ਵਾਚਨ ਦੇ ਵਿੱਚ ਰਹਿਣ ਵਾਲਾ ਹੈ। ਸੂਖਮ ਵਾਚਨ ਤੁਹਾਨੂੰ ਦੱਸਦਾ ਹੈ, ਸੂਖਮ ਵਾਚਨ। ਉਸ ਤੋਂ ਬਾਅਦ ਸਥੂਲ ਵਾਚਨ। ਦੇਖੋ ਸਥੂਲ ਵਾਚਨ ਥੋੜਾ ਜਿਹਾ ਅਲੱਗ ਹੈ। ਜਿਹੜੀਆਂ ਆਪਾਂ ਇਹਦੇ ਵਿੱਚ ਲਿਖਿਆ ਹੋਇਆ, ਵਿਦਿਆਰਥੀ ਆਪਣੇ ਗਿਆਨ ਦੇ ਵਾਧੇ ਲਈ ਜਾਂ ਰੁਚੀ ਦੇ ਲਈ ਸਿਲੇਬਸ ਤੋਂ ਅਲੱਗ ਕਿਤਾਬਾਂ ਕੁਛ ਵੀ ਪੜ੍ਹੇ, ਕਿਤਾਬਾਂ ਪੜ੍ਹੇ, ਨਾਵਲ ਪੜ੍ਹੇ। ਇਹਦੇ ਵਿੱਚ ਵੀ ਲਿਖਿਆ ਹੋਇਆ ਜਿਵੇਂ ਬੱਚਾ ਆਪਦੀ ਮਨੋਰੰਜਨ ਦੇ ਲਈ ਖੇਡਾਂ ਪ੍ਰਤੀ ਕੋਈ ਖਬਰ ਪੜ੍ਹਨੀ ਜਾਂ ਅਖਬਾਰਾਂ ਦੇ ਵਿੱਚ ਕਹਾਣੀ ਹੁੰਦੀ ਆ ਉਹ ਪੜ੍ਹਨੀ, ਫਿਰ ਕਹਾਣੀਆਂ ਵਾਲੀ ਕਿਤਾਬ ਪੜ੍ਹ ਲੈਣੀ, ਨਾਵਲ ਪੜ੍ਹ ਲੈਣਾ ਆਦਿ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹਦੇ ਸਿਲੇਬਸ ਦੇ ਨਾਲ ਕੋਈ ਵੀ ਤਾਲੁਕ ਨਹੀਂ ਰੱਖਦੀਆਂ ਤੇ ਉਹਦੇ ਗਿਆਨ ਦੇ ਵਿੱਚ ਵਾਧਾ ਕਰਦੇ। ਦੇਖੋ ਸੂਖਮ ਵਾਚਨ ਵੀ ਤਾਂ ਉਹਦੇ ਗਿਆਨ ਦੇ ਵਿੱਚ ਵਾਧਾ ਕਰਦਾ, ਪਰ ਉਹ ਪੇਪਰਾਂ ਦੇ ਵਿੱਚ ਆਉਂਦਾ, ਇਸ ਕਰਕੇ ਬੱਚੇ ਦੀ ਮਜਬੂਰੀ ਬਣ ਜਾਂਦੀ ਆ। ਸਥੂਲ ਵਾਚਨ ਦੇ ਵਿੱਚ ਕੋਈ ਵੀ ਉਸਦੀ ਬੱਚੇ ਦੀ ਮਜਬੂਰੀ ਨਹੀਂ ਬਣਦੀ, ਉਹ ਆਪਣੀ ਮਰਜ਼ੀ ਦੇ ਨਾਲ ਪੜ੍ਹਦਾ ਹੈ, ਕੋਈ ਵੀ ਉਹਨੂੰ ਫੋਰਸ ਜਾਂ ਕੋਈ ਵੀ ਉਹਨੂੰ ਧੱਕਾਸ਼ਾਹੀ ਨਹੀਂ ਕਰਦਾ ਵੀ ਤੂੰ ਆਹ ਬੁੱਕਸ ਪੜ੍ਹਨੀਆਂ ਨੇ ਜਾਂ ਨਹੀਂ ਪੜ੍ਹਨੀਆਂ। ਇਸ ਕਰਕੇ ਸਥੂਲ ਵਾਚਨ ਤੇ ਸੂਖਮ ਵਾਚਨ ਦੇ ਵਿੱਚ ਇਹੀ ਅੰਤਰ ਹੈ। ਤੁਹਾਨੂੰ ਫਿਰ ਦੱਸ ਦਿੰਦਾ ਕਿ ਸੂਖਮ ਵਾਚਨ ਉਹ ਹੁੰਦਾ ਜਿਹੜਾ ਸਿੱਖਿਆ ਬੋਰਡ ਦੇ ਦੁਆਰਾ ਕਿਤਾਬਾਂ ਨਿਰਧਾਰਿਤ ਕੀਤੀਆਂ ਜਾਂਦੀਆਂ, ਸਿਲੇਬਸ ਨਿਰਧਾਰਿਤ ਕੀਤਾ ਜਾਂਦਾ, ਬੱਚੇ ਨੇ 1 ਸਾਲ ਦੇ ਵਿੱਚ ਇੰਨਾ ਪੜ੍ਹਨਾ, ਫਿਰ ਬੱਚਾ ਉਸਨੂੰ ਪੜ੍ਹ ਕੇ ਪੇਪਰ ਦੇਗਾ, ਪਾਸ ਹੋ ਜਾਏਗਾ। ਇਹ ਸੂਖਮ ਵਾਚਨ ਦੇ ਵਿੱਚ ਹੋ ਗਿਆ।
ਉੱਧਰ ਗੱਲ ਕਰੀਏ ਸਥੂਲ ਵਾਚਨ ਦੇ ਵਿੱਚ ਵਿਦਿਆਰਥੀ ਆਪਣੇ ਗਿਆਨ ਦੇ ਵਾਧੇ ਲਈ ਜਾਂ ਆਪਣੇ ਮਨੋਰੰਜਨ ਦੇ ਲਈ ਸਿਲੇਬਸ ਤੋਂ ਹਟ ਕੇ ਕੁਝ ਪੜ੍ਹੇ, ਜਿਵੇਂ ਅਖਬਾਰ, ਕਹਾਣੀਆਂ ਵਾਲੀ ਕਿਤਾਬ, ਮੈਗਜ਼ੀਨ, ਨਾਵਲ, ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਪੜ੍ਹਦਾ ਹੈ ਬੱਚਾ, ਉਹ ਸਥੂਲ ਵਾਚਨ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਅੱਗੇ ਆਪਣੇ ਕੋਲੇ ਸਥੂਲ ਵਾਚਨ ਜਦੋਂ ਬੱਚਾ ਸਿਲੇਬਸ ਪੜ੍ਹਦਾ ਹੈ, ਆਪਣੀ ਕਿਤਾਬਾਂ ਪੜ੍ਹਦਾ ਹੈ ਜਮਾਤ ਦੀਆਂ, ਉਹ ਵੀ ਦੋ ਪ੍ਰਕਾਰ, ਜਿਹੜੀਆਂ ਦੋ ਕਿਸਮਾਂ ਦੇ ਵਿੱਚ ਵੰਡਿਆ ਗਿਆ ਹੈ। ਇੱਕ ਉੱਚੀ ਵਾਚਨ, ਇੱਕ ਮੌਨ ਵਾਚਨ। ਦੇਖੋ ਆਪਾਂ ਉੱਚੀ ਵਾਚਨ ਨੂੰ ਸਭ ਤੋਂ ਪਹਿਲਾਂ ਕੰਪਲੀਟ ਕਰਾਂਗੇ, ਫਿਰ ਮੌਨ ਵਾਚਨ ਦੇ ਚੱਲਾਂਗੇ। ਪਹਿਲਾਂ ਆਪਾਂ ਉੱਚੀ ਵਾਚਨ ਦਾ ਮਤਲਬ ਕੀ ਹੈ। ਜਦੋਂ ਬੱਚਾ ਕਲਾਸ ਦੇ ਵਿੱਚ ਉੱਚੀ ਉੱਚੀ ਪੜ੍ਹਦਾ ਹੈ, ਅਧਿਆਪਕ ਉਸ ਦੇ ਨਾਲ ਬੋਲ ਸਕਦਾ ਹੈ, ਜਾਂ ਅਧਿਆਪਕ ਨੂੰ ਸੁਣ ਕੇ ਬੱਚਾ ਫਿਰ ਉੱਚੀ ਬੋਲੇਗਾ, ਸਾਰੀ ਜਮਾਤ ਉੱਚੀ ਬੋਲੇਗੀ, ਸਮੂਹਿਕ ਜਾਂ ਵਿਅਕਤੀਗਤ, ਇਹ ਵੀ ਤੁਹਾਨੂੰ ਅੱਗੇ ਦੱਸਦੇ ਜਾਵਾਂਗੇ ਕਿ ਜਦੋਂ ਕੋਈ ਚੀਜ਼ ਪੜ੍ਹਨੀ ਹੋਵੇ ਉੱਚੀ ਉੱਚੀ ਪੜ੍ਹਨਾ, ਚਾਹੇ ਇੱਕ ਵਿਦਿਆਰਥੀ ਦੇ ਵੱਲੋਂ ਜਾਂ ਫਿਰ ਗਰੁੱਪ ਦੇ ਵਿੱਚ ਜਾਂ ਫਿਰ ਸਾਰੀ ਕਲਾਸ ਉੱਚੀ ਉੱਚੀ ਪੜ੍ਹਨਾ, ਅਧਿਆਪਕ ਬੋਲ ਰਿਹਾ ਹੈ ਉਹਦੇ ਪਿੱਛੇ ਪਿੱਛੇ ਫਿਰ ਸਾਰੀ ਉੱਚੀ ਉੱਚੀ ਬੋਲਣਾ, ਇਹ ਸਾਰਾ ਉੱਚੀ ਵਾਚਨ ਹੋ ਗਿਆ। ਦੇਖੋ ਉੱਚੀ ਵਾਚਨ ਦਾ ਫਾਇਦਾ ਕੀ ਹੈ, ਇਹਦੇ ਵਿੱਚ ਪੁਆਇੰਟ ਲੰਮੇ ਸਮੇਂ ਤੱਕ ਯਾਦ ਰੱਖਣ ਦੇ ਲਈ ਛੋਟੀਆਂ ਜਮਾਤਾਂ ਦੇ ਲਈ ਬਹੁਤ ਜ਼ਰੂਰੀ ਹੈ। ਕਿਹੜੀਆਂ? ਜਿਹੜੀ ਪਹਿਲੀ ਤੋਂ ਲੈ ਕੇ 5ਵੀਂ ਤੱਕ ਦੇ ਵਿਦਿਆਰਥੀ ਹੁੰਦੇ ਨਾ, ਉਹਨਾਂ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਬੱਚਿਆਂ ਨੂੰ ਜਲਦੀ ਚੇਤੇ ਹੋ ਜਾਂਦਾ ਤੇ ਉਹਨਾਂ ਦੀ ਬੱਚਿਆਂ ਦੀ ਸੰਗ ਵੀ ਖੁੱਲ ਜਾਂਦੀ ਹੈ, ਬੱਚਿਆਂ ਨੂੰ ਲੰਮੇ ਸਮੇਂ ਤੱਕ ਯਾਦ ਰਹਿੰਦਾ ਤੇ ਬੱਚਿਆਂ ਦੀ ਜਿਹੜੀ ਸੰਗ ਵੀ ਖੁੱਲ ਜਾਂਦੀ ਹੈ। ਇਹਦੇ ਵਿੱਚ ਤਾਂ 2 ਪੁਆਇੰਟ ਹੀ ਇਹਦੇ ਵਿੱਚ ਬਸ ਇਨਫ ਨੇ ਤੁਹਾਨੂੰ ਜਾਣਕਾਰੀ ਦੇਣ ਦੇ ਲਈ। ਉੱਚੀ ਵਾਚਨ ਕੀ ਹੈ, ਉੱਚੀ ਵਾਚਨ ਦਾ ਤੁਸੀਂ ਮਤਲਬ ਲੰਮੇ ਸਮੇਂ ਤੱਕ ਯਾਦ ਰੱਖਣ ਦੇ ਲਈ ਬੱਚਿਆਂ ਦੀ ਸੰਗ ਖੁੱਲ ਜਾਂਦੀ, ਇਸ ਤਰ੍ਹਾਂ ਦੀ ਤੁਹਾਡੇ ਤੋਂ MCQ ਪੁੱਛੇ ਜਾਣਗੇ ਉੱਚੀ ਵਾਚਨ। ਉਸ ਤੋਂ ਬਾਅਦ ਮੌਨ ਵਾਚਨ। ਦੇਖੋ ਮੌਨ ਦਾ ਤਾਂ ਆਪਾਂ ਨੂੰ ਪਤਾ ਹੈ ਕਿ ਚੁੱਪਚਾਪ ਪੜ੍ਹਨਾ, ਮਨ ਵਿੱਚ ਹੀ ਪੜ੍ਹਨਾ ਤੇ ਅਰਥ ਗ੍ਰਹਿਣ ਕਰਨਾ। ਦੇਖੋ ਉੱਚੀ ਵਾਚਨ ਦੇ ਵਿੱਚ ਬੱਚਾ ਅਰਥ ਗ੍ਰਹਿਣ ਕਰੇ ਨਾ ਕਰੇ ਕੋਈ ਫਰਕ ਨਹੀਂ ਪੈਂਦਾ, ਠੀਕ ਹੈ। ਉੱਚੀ ਵਾਚਨ ਦੇ ਵਿੱਚ ਬੱਚੇ ਨੇ ਯਾਦ ਕਰਨਾ, ਉਹਦੇ ਅਰਥ ਗ੍ਰਹਿਣ ਕਰੇ ਨਾ ਕਰੇ, ਪਰ ਉਹ ਅਧਿਆਪਕ ਕੋਸ਼ਿਸ਼ ਕਰਦਾ ਵੀ ਉਹਨੂੰ ਹੋ ਜਾਵੇ, ਯਾਦ ਹੋ ਜਾਵੇ। ਪਰ ਮੌਨ ਵਾਚਨ ਦੇ ਵਿੱਚ ਬੱਚਾ ਪੜ੍ਹਦਾ ਹੈ, ਉਹਨੂੰ ਸਮਝੇਗਾ ਵੀ, ਪੜ੍ਹੇਗਾ ਤੇ ਅਰਥ ਗ੍ਰਹਿਣ ਕਰੇਗਾ। ਇਹ ਅਸਲੀ ਵਾਚਨ ਦਾ ਜਿਹੜਾ ਮਤਲਬ ਹੈ। ਅੱਗੇ ਚੱਲਦੇ ਹਾਂ, ਅੱਗੇ ਇਸਦਾ ਕੀ ਹੁੰਦਾ ਹੈ। ਉੱਚੀ ਵਾਚਨ ਨੂੰ ਆਪਾਂ ਅੱਗੇ 2 ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ, ਗੁਣ ਦੇ ਆਧਾਰ ਤੇ ਕਰਤਾ ਦੇ ਆਧਾਰ ਤੇ। ਦੇਖੋ ਗੁਣ ਦੇ ਆਧਾਰ ਤੇ ਵੀ 2 ਭਾਗਾਂ ਦੇ ਵਿੱਚ ਵੰਡਿਆ ਹੋਇਆ। ਇਹ ਤੁਸੀਂ ਕਾਪੀ ਪੈਨ ਲੈ ਕੇ ਰੱਖਿਓ, ਨੋਟ ਕਰਦੇ ਜਾਓ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਇਹ ਗਾਂ ਅੱਗੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ। ਦੇਖੋ ਸਥੂਲ ਵਾਚਨ ਤੇ ਸੂਖਮ ਵਾਚਨ। ਸੂਖਮ ਵਾਚਨ 2 ਪ੍ਰਕਾਰ ਦਾ ਹੈ, ਮੌਨ ਵਾਚਨ ਤੇ ਉੱਚੀ ਵਾਚਨ। ਉਸ ਤੋਂ ਬਾਅਦ ਉੱਚੀ ਵਾਚਨ ਵੀ 2 ਪ੍ਰਕਾਰ ਦਾ ਹੈ, ਗੁਣ ਦੇ ਆਧਾਰ ਤੇ ਕਰਤਾ ਦੇ ਆਧਾਰ ਤੇ। ਗੁਣ ਦੇ ਆਧਾਰ ਤੇ ਵੀ 2 ਪ੍ਰਕਾਰ ਦਾ ਹੈ ਤੇ ਕਰਤਾ ਦੇ ਆਧਾਰ ਤੇ ਵੀ 2 ਪ੍ਰਕਾਰ ਦਾ ਹੈ। ਪਹਿਲਾਂ ਆਪਾਂ ਗੁਣ ਦੇ ਆਧਾਰ ਤੇ ਕਰ ਲੈਂਦੇ ਹਾਂ। ਜਿਵੇਂ ਅਧਿਆਪਕ ਦੁਆਰਾ ਆਦਰਸ਼ ਵਾਚਨ, ਇਹ ਰਹੇਗਾ। ਉਸ ਤੋਂ ਵਿਦਿਆਰਥੀ ਦੁਆਰਾ ਅਨੁਕਰਨ ਦੁਆਰਾ ਜਿਹੜਾ ਵਾਚਨ ਹੈ, ਇਹ ਵਾਚਨ ਕਰ ਲਿਓ। ਚਲੋ ਇੱਥੇ ਵੀ ਤੁਸੀਂ ਵਾਚਨ ਕਰ ਲਓ। ਇੱਕ ਹੈ ਅਧਿਆਪਕ ਦੁਆਰਾ ਆਦਰਸ਼ ਵਾਚਨ, ਵਿਦਿਆਰਥੀ ਦੁਆਰਾ ਅਨੁਕਰਨ ਵਾਚਨ। ਤਾਂ ਇਸ ਨੂੰ ਆਪਾਂ ਥੋੜਾ ਹੁਣ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਅਧਿਆਪਕ ਦੁਆਰਾ ਆਦਰਸ਼ ਵਾਚਨ ਦੇ ਬਾਰੇ ਜਾਣ ਲੈਂਦੇ ਹਾਂ ਕਿ ਅਧਿਆਪਕ ਜਦੋਂ ਉੱਚੀ ਪੜ੍ਹੇਗਾ ਉਹ ਸ਼ੁੱਧ ਉਚਾਰਨ ਕਰੇ। ਅਧਿਆਪਕ ਨੂੰ ਚਾਹੀਦਾ ਹੈ ਜਦੋਂ ਵੀ ਉੱਚੀ ਵਾਚਨ ਕਰੇ, ਉਹਦੇ ਪਿੱਛੇ ਜਿਹੜੇ ਸਾਰੇ ਵਿਦਿਆਰਥੀ ਬੋਲਣਗੇ, ਬੱਚੇ ਬੋਲਣਗੇ, ਇਸ ਕਰਕੇ ਉਹ ਸ਼ੁੱਧ ਉਚਾਰਨ ਕਰੇ। ਉਹ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਉਚਿਤ ਗਤੀ ਰੱਖੇ। ਆਦਰਸ਼ ਉਹ ਮੰਨ ਕੇ ਚੱਲਦੇ ਕਿ ਜੋ ਅਧਿਆਪਕ ਬੋਲੇਗਾ ਕਿ ਉਹੀ ਉਹਦੇ ਪਿੱਛੇ ਵਿਦਿਆਰਥੀ ਜਾਂ ਬੱਚੇ ਬੋਲਣਗੇ, ਇਸ ਕਰਕੇ ਉਹਨੂੰ ਸ਼ੁੱਧ ਉਚਾਰਨ ਕਰਨਾ ਚਾਹੀਦਾ ਹੈ। ਉਚਿਤ ਗਤੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਨਾ ਹੌਲੀ ਨਾ ਜ਼ਿਆਦਾ ਤੇਜ਼, ਇਸ ਕਰਕੇ ਜਿਹੜੇ ਬੱਚੇ ਉਹਦੇ ਪਿੱਛੇ ਆਰਾਮ ਦੇ ਨਾਲ ਸਮਝ ਕੇ ਬੋਲ ਸਕਣ। ਦੇਖੋ ਬੋਲਦੇ ਸਮੇਂ ਵੀ ਬੱਚਿਆਂ ਨੂੰ ਸਮਝ ਕੁਛ ਚੀਜ਼ ਨਾ ਲੱਗੀ, ਉਹ ਪਿੱਛੇ ਕਿਸ ਤਰ੍ਹਾਂ ਬੋਲਣਗੇ, ਇਸ ਕਰਕੇ ਉਹ ਚੀਜ਼ਾਂ ਉਹੀ ਗਤੀ ਰੱਖਿਓ ਕਿ ਬੱਚੇ ਸਮਝ ਵੀ ਸਕਣ ਤੇ ਉਹਦੇ ਪਿੱਛੇ ਬੋਲ ਵੀ ਸਕਣ, ਇੰਨਾ ਸਮਾਂ ਉਹਨੂੰ ਮਿਲ ਸਕੇ। ਛੋਟੇ ਬੱਚਿਆਂ ਨੂੰ ਥੋੜਾ ਜਿਹਾ ਜ਼ਿਆਦਾ ਸਮਾਂ ਲੱਗ ਜਾਂਦਾ ਸਮਝਣ ਦੇ ਵਿੱਚ, ਵੱਡਿਆਂ ਨੂੰ ਤਾਂ ਚਲੋ ਉਹਦੇ ਲਈ ਤਾਂ ਮੌਨ ਵਾਚਨ ਸਭ ਤੋਂ ਮਹੱਤਵਪੂਰਨ ਰਹਿੰਦਾ ਹੈ, ਵੱਡੇ ਵਿਦਿਆਰਥੀਆਂ ਦੇ ਲਈ ਜਾਂ ਵੱਡੀਆਂ ਜਮਾਤਾਂ ਦੇ ਲਈ। ਸ਼ੁੱਧ ਵਾਚਨ ਕਰੇ, ਉਚਾਰਨ ਕਰੇ, ਉਚਿਤ ਗਤੀ ਰੱਖੇ, ਵਿਰਾਮ ਚਿੰਨ੍ਹਾਂ ਦੀ ਜਾਂ ਚਿੰਨ੍ਹਾਂ ਦੀ ਵਰਤੋਂ ਕਰੇ। ਦੇਖੋ ਜੀ ਵਿਰਾਮ ਚਿੰਨ੍ਹ ਜਿੰਨੇ ਵੀ ਨੇ, ਦੇਖੋ ਜਿਵੇਂ ਇਹਦੇ ਵਿੱਚ ਲਿਖਿਆ ਹੋਇਆ ਹੈ ਉਹਨਾਂ ਦੀ ਵਰਤੋਂ ਕਰੇ। ਤੇ ਇਹਦੇ ਵਿੱਚ ਉਦਾਹਰਨ ਵੀ ਦਿੱਤੀ ਹੋਈ ਹੈ ਤੁਹਾਨੂੰ, ਮੋਸਟ ਇੰਪੋਰਟੈਂਟ ਆ ਕਿ ਰੋਕੋ ਨਾ ਜਾਣ ਦਿਓ। ਜੇਕਰ ਇਸ ਤਰ੍ਹਾਂ ਬੋਲੇਗਾ ਅਧਿਆਪਕ, ਇਹਨਾਂ ਦੀ ਵਰਤੋਂ ਨਹੀਂ ਕਰੋ, ਰੋਕੋ ਨਾ ਜਾਣ ਦਿਓ,
ਕੋਈ ਮਤਲਬ ਨਹੀਂ ਨਿਕਲਦਾ। ਦੇਖੋ ਇਹਦੇ ਵਿੱਚ ਕੀ ਹੈ ਕਿ ਇੱਕ ਕੌਮਾ ਅੱਗੇ ਪਿੱਛੇ ਕਰ ਦਿਓ ਤਾਂ ਮਤਲਬ ਚੇਂਜ ਹੋ ਗਿਆ। ਰੋਕੋ ਨਾ, ਉਹਨੂੰ ਕਿਹਾ ਤੁਸੀਂ ਰੋਕੋ ਨਾ, ਜਾਣ ਦਿਓ। ਉਹਨੂੰ ਰੋਕੋ ਨਾ, ਉਹਨੂੰ ਜਾਣ ਦਿਓ, ਕੋਈ ਦਿੱਕਤ ਨਹੀਂ ਹੈ। ਉਹਨੂੰ ਜਾਣ ਦਿਓ, ਜਿੱਥੇ ਜਾਣਾ ਹੈ ਉਹਨੂੰ ਰੋਕਣ ਦੀ ਕੋਈ ਜ਼ਰੂਰਤ ਨਹੀਂ ਹੈ। ਪਹਿਲੇ ਵਾਕ ਦੇ ਵਿੱਚ ਇਹ ਲਿਖਿਆ ਹੋਇਆ। ਉਸ ਤੋਂ ਬਾਅਦ ਦੂਸਰੇ ਵਾਕ ਦੇ ਵਿੱਚ ਲਿਖਿਆ ਹੋਇਆ ਰੋਕੋ, ਮਤਲਬ ਰੋਕੋ, ਨਾ ਜਾਣ ਦਿਓ, ਉਹਨੂੰ ਜਾਣ ਨਹੀਂ ਦੇਣਾ, ਉਹਨੂੰ ਉੱਥੇ ਰੋਕ ਕੇ ਰੱਖੋ, ਉਹਨੂੰ ਜਾਣ ਨਹੀਂ ਦੇਣਾ। ਦੋਨਾਂ ਦੇ ਵਿੱਚ ਅੰਤਰ ਹੈ, ਪਰ ਵਿਰਾਮ ਚਿੰਨ੍ਹਾਂ ਦਾ ਸਹੀ ਉਪਯੋਗ ਕਿਵੇਂ ਕਰਨਾ ਹੈ ਤੇ ਅਧਿਆਪਕ ਵੀ ਉਸ ਤਰ੍ਹਾਂ ਹੀ ਵਰਤੇ। ਇਸ ਕਰਕੇ ਅਧਿਆਪਕ ਉਸ ਟਾਈਮ ਆਦਰਸ਼ ਬਣ ਕੇ ਰਹਿੰਦਾ ਹੈ ਵਿਦਿਆਰਥੀਆਂ ਦਾ। ਜੋ ਅਧਿਆਪਕ ਬੋਲੇਗਾ ਵਿਦਿਆਰਥੀ ਉਹੀ ਚੀਜ਼ ਫੋਲੋ ਕਰਨਗੇ। ਇਸ ਕਰਕੇ ਸ਼ੁੱਧ ਉਚਾਰਨ ਸਹੀ ਕਰਨਾ ਚਾਹੀਦਾ ਹੈ, ਉਚਿਤ ਗਤੀ ਰੱਖਣੀ ਚਾਹੀਦੀ ਆ, ਤੇ ਜਿੰਨੇ ਵੀ ਵਿਆਕਰਨ ਦੇ ਨਿਯਮ ਰਹਿੰਦੇ ਨੇ, ਵਿਰਾਮ ਚਿੰਨ੍ਹ ਰਹਿੰਦੇ ਨੇ, ਉਹਨਾਂ ਦੀ ਵਰਤੋਂ ਵੀ ਜ਼ਰੂਰ ਕਰੇ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਵਿਦਿਆਰਥੀ ਦੁਆਰਾ ਅਨੁਕਰਨ ਵਾਚਨ। ਦੇਖੋ ਵਿਦਿਆਰਥੀ ਕਿਵੇਂ ਸਿੱਖਦਾ ਅਨੁਕਰਨ। ਅਨੁਕਰਨ ਦਾ ਮਤਲਬ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਕਾਪੀ ਕਰਨਾ ਜਾਂ ਨਕਲ ਕਰਨਾ। ਇਸ ਦਾ ਮਤਲਬ ਇੱਕ ਹੀ ਹੈ, ਕਾਪੀ ਕਰਨਾ ਜਾਂ ਨਕਲ ਕਰਨਾ। ਦੇਖੋ ਵਿਦਿਆਰਥੀ ਅਧਿਆਪਕ ਤੋਂ ਨਕਲ ਕਰਕੇ ਹੀ ਸਿੱਖਦਾ ਹੈ ਜਾਂ ਉਚਾਰਦਾ ਹੈ। ਦੇਖੋ ਜੇਕਰ ਵਿਦਿਆਰਥੀ ਕੀ ਕਰੇਗਾ, ਸਿੱਖਣਾ ਚਾਹੁੰਦਾ ਹੈ, ਉਹ ਆਪਣੇ ਅਧਿਆਪਕ ਨੂੰ ਦੇਖੇਗਾ ਉਹ ਕਿਸ ਤਰ੍ਹਾਂ ਬੋਲਦਾ ਹੈ। ਮਤਲਬ ਕਿ ਬੱਚਾ ਅਧਿਆਪਕ ਜਮਾਤ ਬੋਲ ਰਿਹਾ ਹੈ ਤਾਂ ਬੱਚਾ ਕੋਸ਼ਿਸ਼ ਕਰੇਗਾ, ਅਧਿਆਪਕ ਕਹਿ ਰਿਹਾ ਤੁਸੀਂ ਜਮਾਤ ਵਿੱਚ ਜਾਓ, ਫਿਰ ਬੱਚੇ ਨੂੰ ਜਮਾਤ ਦਾ ਮਤਲਬ ਪਤਾ ਲੱਗ ਗਿਆ, ਫਿਰ ਹੌਲੀ ਹੌਲੀ ਕਹੇਗਾ ਆ ਜਾਓ ਦੋਸਤੋ ਜਾਂ ਮਿੱਤਰੋ ਆਪਾਂ ਜਮਾਤ ਦੇ ਵਿੱਚ ਚੱਲੀਏ, ਆਪਣੇ ਅਧਿਆਪਕ ਨੇ ਇਹ ਕਿਹਾ ਹੈ। ਆਪਾਂ ਕੱਲ ਨੂੰ ਕਹੀਏ ਬੱਚਾ ਅਧਿਆਪਕ ਜਿਵੇਂ ਕੁਛ ਬੋਲ ਰਿਹਾ ਹੈ, ਪਾਣੀ, ਪਾਣੀ ਸ਼ਬਦ, ਪਾਣੀ ਪੀਣਾ, ਤਾਂ ਬੱਚਾ ਵੀ ਕਹੇਗਾ ਸਰ ਤੁਸੀਂ ਮੈਂ ਵੀ ਪਾਣੀ ਪੀਣਾ ਹੈ ਜਾਂ ਪਾਣੀ ਪੀਣਾ। ਇਸ ਤਰ੍ਹਾਂ ਜੋ ਵੀ ਅਧਿਆਪਕ ਬੋਲੇਗਾ ਉਸਦਾ ਉਹ ਅਨੁਕਰਨ ਕਰੇਗਾ, ਨਕਲ ਕਰੇਗਾ, ਅੱਗੇ ਘਰੇ ਜਾ ਕੇ ਕਰ ਸਕਦਾ ਹੈ, ਸਕੂਲ ਦੇ ਵਿੱਚ ਕਰ ਸਕਦਾ ਹੈ। ਆਖਿਰਕਾਰ ਅਧਿਆਪਕ ਦੀ ਨਕਲ ਜ਼ਰੂਰ ਕਰੇਗਾ ਤਾਂ ਹੀ ਉਹ ਸਿੱਖੇਗਾ। ਇੱਥੋਂ ਤੱਕ ਕਿ ਆਪਣਾ ਉੱਚੀ ਵਾਚਨ ਦਾ ਇਹ ਖਤਮ ਹੋ ਗਿਆ ਹੈ। ਉਸ ਤੋਂ ਬਾਅਦ ਆਪਾਂ ਉੱਚੀ ਵਾਚਨ ਦਾ ਮਹੱਤਵ ਕਰਾਂਗੇ। ਦੇਖੋ ਉੱਚੀ ਵਾਚਨ ਦਾ ਕੀ ਮਹੱਤਵ ਆ ਉਹ ਤੁਹਾਨੂੰ ਦੱਸ ਦਿੰਦੇ ਆ। ਇਹਦੇ ਵਿੱਚ ਉੱਚੀ ਵਾਚਨ ਦਾ ਦੇਖੋ ਗਿਆਨ ਇੰਦਰੀਆਂ ਦੀ ਵਰਤੋਂ ਕਰਕੇ ਗਿਆਨ ਇੰਦਰੀਆਂ ਦੀ ਸਮਤਾ ਵੱਧਦੀ ਹੈ। ਦੇਖੋ ਜਿੰਨੀ ਚੀਜ਼ ਨੂੰ ਆਪਾਂ ਖਿੱਚਾਂਗੇ ਉਨੀ ਚੀਜ਼ ਖਿੱਚੀ ਜਾਂਦੀ ਹੈ, ਇਹ ਤੁਹਾਨੂੰ ਅਕਸਰ ਪਤਾ ਹੀ ਹੋਣਾ। ਜੇ ਆਪਾਂ ਰਬੜ ਨੂੰ ਖਿੱਚੀ ਜਾਵਾਂਗੇ ਤੇ ਉਹਦੀ ਜਦੋਂ ਖਿੱਚੀ ਗਏ ਉਹ ਉਸ ਤਰ੍ਹਾਂ ਹੀ ਢਲ ਜਾਏਗੀ ਜਿਵੇਂ ਆਪਾਂ ਖਿੱਚ ਰਹੇ ਹਾਂ। ਮੰਨ ਲਓ ਕਿ ਚੀਜ਼ ਬਣਾ ਰਹੇ ਹਾਂ, ਉਸਨੂੰ ਢਾਲ ਰਹੇ ਹਾਂ ਤਾਂ ਢਲ ਢਲ ਕੇ ਉਸ ਤਰ੍ਹਾਂ ਹੀ ਹੋ ਜੂ। ਇਸ ਤਰ੍ਹਾਂ ਵੀ ਗਿਆਨ ਇੰਦਰੀਆਂ ਨੂੰ ਜਿੰਨਾ ਆਪਾਂ ਵਰਤਾਂਗੇ, ਆਪਣੇ 5 ਗਿਆਨ ਇੰਦਰੀਆਂ ਅੱਖ, ਨੱਕ, ਮੂੰਹ, ਕੰਨ, ਇਸ ਤਰ੍ਹਾਂ ਦੀ ਹੈ ਗਿਆਨ ਇੰਦਰੀਆਂ ਨੇ, ਜਿੰਨਾ ਇਹਨੂੰ ਆਪਾਂ ਵਰਤਾਂਗੇ ਉਨਾ ਹੀ ਜ਼ਿਆਦਾ ਇਹਦੀ ਸਮਤਾ ਬਣਦੀ ਹੈ। ਇਸ ਕਰਕੇ ਸਮਤਾ ਵੱਧਦੀ ਹੈ। ਉਸ ਤੋਂ ਬਾਅਦ ਜਿਹੜਾ ਗਿਆਨ ਰਹਿੰਦਾ ਹੈ, ਗਿਆਨ ਪੱਕਾ ਤੇ ਸਥਾਈ ਬਣ ਜਾਂਦਾ ਹੈ। ਜੇ ਉੱਚੀ ਵਾਚਨ ਕਰਾਂਗੇ ਜਿਹੜਾ ਆਪਣਾ ਅਸਪਸ਼ਟ ਗਿਆਨ ਆ ਸਪਸ਼ਟ ਹੋ ਜਾਏਗਾ ਤੇ ਗਿਆਨ ਪੱਕਾ ਹੋ ਜਾਏਗਾ ਤੇ ਸਥਾਈ ਹੋਏਗਾ, ਲੰਮੇ ਸਮੇਂ ਤੱਕ ਆਪਾਂ ਯਾਦ ਰੱਖ ਸਕਦੇ ਹਾਂ। ਇਸ ਦੇ ਨਾਲ ਕੀ ਹੈ, ਉਚਾਰਨ ਵਿੱਚ ਸ਼ੋਧ ਹੋਵੇਗਾ। ਬੱਚੇ ਨੂੰ ਪਤਾ ਲੱਗੇਗਾ ਇਹ ਕਿਸ ਤਰ੍ਹਾਂ ਬੋਲਣਾ ਹੈ, ਉਸਦਾ ਉਚਾਰਨ ਕਿਵੇਂ ਕਰਨਾ ਹੈ, ਗਤੀ ਕਿੰਨੀ ਕੁ ਰੱਖਣੀ ਹੈ, ਵਿਰਾਮ ਚਿੰਨ੍ਹਾਂ ਦੀ ਕਿੱਥੇ ਕਿਵੇਂ ਵਰਤੋਂ ਕਰਨੀ ਹੈ। ਥੋੜੇ ਵਿਆਕਰਨ ਦੇ ਵੱਲ ਵੀ ਉਹਦਾ ਧਿਆਨ ਵਧੇਗਾ। ਅਗਲਾ ਪੁਆਇੰਟ ਹੈ ਸਵੈ ਵਿਸ਼ਵਾਸ ਪੈਦਾ ਹੋਣਾ। ਬੱਚੇ ਦੀ ਸੰਗ ਖੁੱਲ ਜਾਏਗੀ। ਦੇਖੋ ਜੀ ਸਭ ਤੋਂ ਵੱਡੀ ਕੀ ਆ, ਬੱਚੇ ਦੇ ਅੰਦਰ ਸੰਗ ਹੁੰਦੀ ਹੈ ਵੀ ਮੈਂ ਨਹੀਂ ਬੋਲਣਾ, ਇਸ ਕਰਕੇ ਉਹਦੀ ਸੰਗ ਖੁੱਲ ਜਾਏਗੀ। ਉਹ ਆਪਣੇ ਆਪ ਤੇ ਸਵੈ ਵਿਸ਼ਵਾਸ ਕਰਨ ਲੱਗ ਜਾਏਗਾ। ਫਿਰ ਉਹ ਅੱਗੇ ਵੀ ਪਾਰਟੀਸਪੇਟ ਕਰੇਗਾ ਵੱਡੇ ਪ੍ਰੋਗਰਾਮ ਦੇ ਵਿੱਚ, ਸਕੂਲ ਦੇ ਵਿੱਚ ਜਿਹੜੇ ਕਿ ਪ੍ਰੋਗਰਾਮ ਹੁੰਦੇ ਨੇ, ਅੱਗੇ ਕਲਸਟਰ ਲੈਵਲ, ਰੀਜਨਲ ਲੈਵਲ, ਨੈਸ਼ਨਲ ਲੈਵਲ ਤੇ ਆਪਣੇ ਪ੍ਰੋਗਰਾਮ ਹੈਂਡਲ ਕਰ ਸਕਦਾ ਹੈ। ਐਜ਼ ਏ ਐਂਕਰਿੰਗ, ਐਜ਼ ਏ ਐਕਟਰ ਜੋ ਵੀ ਕੰਮ ਕਰੇ ਉਹਦੀ ਸੰਗ ਖੁੱਲ ਜਾਂਦੀ ਹੈ ਤੇ ਆਪਣੇ ਆਪ ਤੇ ਵਿਸ਼ਵਾਸ ਬਣ ਜਾਂਦਾ ਹੈ। ਸਵਰ ਤੰਤੂਆਂ ਦਾ ਵਿਕਾਸ। ਦੇਖੋ ਸਵਰ ਤੰਤੂ ਜਿਹੜੇ ਆਪਣੇ ਗਲੇ ਦੇ ਵਿੱਚ ਹੁੰਦੇ ਆ, ਉਹ ਵੀ ਜਿਹੜੀ ਆਵਾਜ਼ ਆਪਣੀ ਸਾਫ਼ ਹੋ ਜਾਂਦੀ ਹੈ ਸਵਰ ਤੰਤੂਆਂ ਦੇ ਕਰਕੇ। ਇਸ ਕਰਕੇ ਸਵਰ ਤੰਤੂ ਵੀ ਦਾ ਵੀ ਵਿਕਾਸ ਹੋ ਜਾਂਦੀ ਹੈ। ਦੇਖੋ ਸੰਗ ਦਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਸੰਗ ਖੁੱਲ ਜਾਂਦੀ ਹੈ, ਬੱਚੇ ਦੀ ਸੰਗ ਦੂਰ ਹੋ ਜਾਂਦੀ ਹੈ। ਛੋਟੇ ਬੱਚੇ ਆਨੰਦ ਪ੍ਰਾਪਤ ਕਰਦੇ ਨੇ। ਦੇਖੋ ਛੋਟੇ ਬੱਚੇ ਆਨੰਦ ਪ੍ਰਾਪਤ ਕਰਦੇ ਨੇ ਜਦੋਂ ਉੱਚੀ ਬੋਲਦੇ ਨੇ। ਉਹ ਜਦੋਂ ਇੱਕ ਦੂਜੇ ਵੱਲ ਦੇਖਦੇ ਨੇ, ਉਹ ਉਦੋਂ ਉਹ ਬੱਚਾ ਦੇਖਦੇ ਆ ਅਕਸਰ ਵੀ ਇੱਕ ਬੱਚਾ ਉੱਚੀ ਬੋਲ ਰਿਹਾ ਤੇ ਉਹਦੀ ਰੀਸ ਨਾਲ ਦੂਸਰਾ ਉਸ ਤੋਂ ਵੀ ਉੱਚੀ ਬੋਲੇਗਾ, ਫਿਰ ਤੀਸਰਾ ਇਸ ਤੋਂ ਵੀ ਉੱਚੀ ਬੋਲਣ ਦੀ ਕੋਸ਼ਿਸ਼ ਕਰੇਗਾ। ਉਹ ਆਨੰਦ ਵੀ ਲੈਂਦੇ ਨੇ ਇਹਦੇ ਵਿੱਚ। ਉੱਚੀ ਵਾਚਨ ਦਾ ਮਹੱਤਵ ਕੀ ਹੈ? ਉੱਚੀ ਵਾਚਨ ਦੇ ਜਿਹੜੇ ਮੇਨ ਪੁਆਇੰਟ ਨੇ, ਉਹ ਗਿਆਨ ਇੰਦਰੀਆਂ ਦਾ ਵਿਕਾਸ ਹੋਣਾ, ਸਮਤਾ ਵਧਣੀ, ਪੱਕਾ ਤੇ ਸਥਾਈ ਹੋਣਾ ਗਿਆਨ,
ਉਚਾਰਨ ਵਿੱਚ ਸ਼ੋਧ ਹੋ ਜਾਣੀ, ਸਵੈ ਵਿਸ਼ਵਾਸ ਪੈਦਾ ਹੋ ਜਾਣਾ, ਸੰਗ ਦੂਰ ਹੋ ਜਾਣੀ, ਸਵਰ ਤੰਤੂਆਂ ਦਾ ਵਿਕਾਸ ਹੋਣਾ, ਛੋਟੇ ਬੱਚਿਆਂ ਨੂੰ ਆਨੰਦ ਪ੍ਰਾਪਤ ਹੋਣਾ ਜਾਂ ਪ੍ਰਾਪਤ ਕਰਦੇ ਨੇ। ਇਹ ਸਾਰਾ ਉੱਚੀ ਵਾਚਨ ਦਾ ਮਹੱਤਵ ਹੈ ਤੇ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਕਰਤਾ ਦੇ ਆਧਾਰ ਤੇ, ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਕਰਤਾ ਦੇ ਆਧਾਰ ਤੇ ਵੀ ਆਪਣੇ ਕੋਲੇ ਦੋ ਵੰਡ ਨੇ, ਦੋ ਪ੍ਰਕਾਰ ਨੇ। ਤੁਹਾਨੂੰ ਪਿੱਛੇ ਲੈ ਚੱਲਦਾ ਹਾਂ। ਇੱਕ ਉੱਚੀ ਵਾਚਨ ਗੁਣ ਦੇ ਆਧਾਰ ਤੇ ਹੈ, ਤੇ ਉਸ ਤੋਂ ਬਾਅਦ ਕਰਤਾ ਦੇ ਆਧਾਰ ਤੇ। ਗੁਣ ਦੇ ਆਧਾਰ ਤੇ ਆਪਾਂ ਇਹ ਦੋਨੋਂ ਕਰ ਲਏ ਨੇ। ਉਸ ਤੋਂ ਉੱਚੀ ਵਾਚਨ ਦਾ ਆਪਾਂ ਮਹੱਤਵ ਕਰ ਚੁੱਕੇ ਹਾਂ। ਕਰਤਾ ਦੇ ਆਧਾਰ ਤੇ ਇਸ ਨੂੰ ਆਪਾਂ ਕਰਾਂਗੇ ਤੇ ਇਹ ਆਪਣੀ ਲਾਸਟ ਸਲਾਈਡ ਰਹਿੰਦੀ ਆ, ਉਹ ਬਸ ਆਪਾਂ ਫਿਨਿਸ਼ ਕਰ ਦੇਵਾਂਗੇ। ਆਪਣਾ ਇੱਥੋਂ ਤੱਕ ਕਿ ਚੈਪਟਰ ਜਾਂ ਭਾਗ ਪਹਿਲਾ ਹੈ ਤੇ ਉਹ ਖਤਮ ਹੋ ਜਾਏਗਾ। ਕਰਤਾ ਦੇ ਆਧਾਰ ਤੇ, ਕਰਤਾ ਮਤਲਬ ਕਿ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ, ਵਿਅਕਤੀਗਤ ਵਾਚਨ ਤੇ ਸਮੂਹਿਕ ਵਾਚਨ। ਉੱਚੀ ਵਾਚਨ ਨੂੰ ਆਪਾਂ ਕਿਵੇਂ ਕਰ ਸਕਦੇ ਹਾਂ? ਵਿਅਕਤੀਗਤ ਮਤਲਬ ਕਿ ਇਕੱਲਾ, ਦੇਖੋ ਇਹਦਾ ਮਤਲਬ ਆ ਕਿ ਇਕੱਲਾ। ਸਮੂਹਿਕ ਮਤਲਬ ਕਿ ਗਰੁੱਪ ਦੇ ਵਿੱਚ, ਆਪਾਂ ਅੰਗਰੇਜ਼ੀ ਤੇ ਪੜ੍ਹਦੇ ਹਾਂ ਕਿ ਗਰੁੱਪ ਦੇ ਵਿੱਚ। ਜਦੋਂ ਬੱਚਾ ਉੱਚੀ ਬੋਲਦਾ ਹੈ, ਇਕੱਲਾ ਉੱਚੀ ਬੋਲੇਗਾ, ਉਸਨੂੰ ਵਿਅਕਤੀਗਤ ਵਾਚਨ ਕਹਿੰਦੇ ਆ। ਜਦੋਂ ਬੱਚਾ ਸਮੂਹ ਦੇ ਵਿੱਚ ਬੋਲੇਗਾ, ਗਰੁੱਪ ਦੇ ਵਿੱਚ ਬੋਲੇਗਾ, ਸਾਰੀ ਕਲਾਸ ਇੱਕ ਸਾਥ ਬੋਲੇਗੀ, ਉਸਨੂੰ ਸਮੂਹਿਕ ਵਾਚਨ ਕਹਿੰਦੇ ਆ। ਦੇਖੋ ਵਿਅਕਤੀਗਤ ਵਾਚਨ ਦਾ ਕਿ ਸੰਗ ਖੁੱਲ ਜਾਂਦੀ ਹੈ ਬੱਚੇ ਦੀਆਂ ਗਲਤੀਆਂ ਪਤਾ ਲੱਗਦੀਆਂ ਨੇ, ਗਲਤੀਆਂ ਨੂੰ ਸੁਧਾਰ ਲੈਂਦਾ ਹੈ। ਵਾਚਨ ਕਿਵੇਂ ਕਰਨਾ ਹੈ ਸਹੀ ਤਰੀਕੇ ਦੇ ਨਾਲ, ਵਾਚਨ ਵੀ ਉਹ ਸਹੀ ਕਰ ਲੈਂਦਾ ਹੈ, ਜਾਂ ਉਚਾਰਨ ਕਹਿ ਲਈਏ, ਉਚਾਰਨ ਸਹੀ ਕਰ ਲੈਂਦਾ ਹੈ ਤੇ ਉਹਦੀ ਸੰਗ ਖੁੱਲ ਜਾਂਦੀ ਹੈ। ਜਮਾਤ ਦੇ ਵਿੱਚ ਉਹਦੇ ਵਿੱਚ ਵਿਸ਼ਵਾਸ ਪੈਦਾ ਹੁੰਦਾ ਹੈ। ਇਹ ਜਿਹੜਾ ਵਿਅਕਤੀਗਤ ਹੁੰਦਾ ਹੈ। ਤੇ ਅਧਿਆਪਕ ਨੂੰ ਵੀ ਚਾਹੀਦਾ ਜੋ ਗਲਤੀਆਂ ਕਰਦਾ ਹੈ ਉਸਨੂੰ ਸੁਧਾਰੇ, ਉਸਨੂੰ ਇਕੱਲਾ ਬਿਠਾਵੇ, ਉਸਨੂੰ ਸਹੀ ਉਚਾਰਨ ਦੱਸੇ, ਵਾਚਨ ਸਹੀ ਕਰੇ ਉਸਦਾ, ਉਸਨੂੰ ਗਲਤੀਆਂ ਦੱਸੇ, ਉਹਦੀਆਂ ਜੋ ਕਮੀਆਂ ਨੇ ਬੋਲਣ ਦੇ ਵਿੱਚ ਉਹ ਸੁਧਾਰਨ ਦੀ ਕੋਸ਼ਿਸ਼ ਕਰੇ। ਇਹਨੂੰ ਵਿਅਕਤੀਗਤ ਉਹਦੀ ਜਿਹੜੀ ਪਛਾਣ ਕਰੇ ਤੇ ਉਸਨੂੰ ਸਹੀ ਕਰਨ ਦੀ ਕੋਸ਼ਿਸ਼ ਕਰੇ। ਉਹਦੀਆਂ ਜਿਹੜੀਆਂ ਵਿਧੀਆਵਾਂ ਨੇ, ਵਿਧੀਆਂ ਇਹਨੂੰ ਸੁਧਾਰਨ ਦੇ ਲਈ ਉਹ ਉਹਨਾਂ ਦੀ ਉਪਯੋਗ ਕਰਕੇ ਬੱਚੇ ਦੇ ਹੌਸਲੇ ਨੂੰ ਵਧਾਵੇ ਤੇ ਬੱਚਾ ਅੱਗੇ ਆਉਣ ਵਾਲੀ ਜਮਾਤਾਂ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜਾ ਚੰਗਾ ਉਚਾਰਨ ਕਰੇ, ਪੜ੍ਹੇ ਲਿਖੇ, ਇਸ ਤਰ੍ਹਾਂ ਕਿ ਬੱਚੇ ਨੂੰ ਭਾਸ਼ਾ ਦਾ ਗਿਆਨ ਹੋਵੇ। ਸਮੂਹਿਕ ਦਾ ਮਤਲਬ ਕੀ ਹੈ? ਇਹ ਬੱਚੇ ਜਦੋਂ ਗਰੁੱਪ ਦੇ ਵਿੱਚ ਕਰਦੇ ਨੇ ਤੇ ਉਹਨਾਂ ਨੂੰ ਇਕੱਲੇ ਦੇ ਵਿੱਚ ਕੋਈ ਨਹੀਂ ਹੈ, ਸਾਰਾ ਸਮੂਹ ਫਿਰ ਇੱਕ ਸਾਥ ਕੰਮ ਕਰਦਾ ਹੈ, ਸਮੂਹਿਕ ਗਾਣ ਕਰਦਾ ਹੈ। ਜਿਵੇਂ ਕਿ ਬਾਲ ਗੀਤ ਕਰਦੇ ਨੇ ਬੱਚੇ, ਬਾਲ ਗੀਤ ਗਾਉਂਦੇ ਨੇ, ਕਵਿਤਾਵਾਂ ਗਾਉਂਦੇ ਨੇ, ਕਹਾਣੀਆਂ ਪੜ੍ਹਦੇ ਨੇ, ਇਹ ਸਮੂਹਿਕ ਨੇ। ਸਮੂਹਿਕ ਇਹ ਵਿਅਕਤੀਗਤ ਵੀ ਹੈ, ਸਮੂਹਿਕ ਵੀ ਹੈ, ਤਾਂ ਬੱਚੇ ਕਰਦੇ ਨੇ, ਆਨੰਦ ਮਾਣਦੇ ਨੇ। ਇਸ ਤਰ੍ਹਾਂ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਹੈ ਸਾਰਾ ਅੱਜ ਦਾ ਟੌਪਿਕ। ਬਾਕੀ ਜਿਹੜਾ ਕਿ ਮੌਨ ਵਾਚਨ ਦੇ ਬਾਰੇ ਆਪਾਂ ਕੱਲ ਡਿਸਕਸ ਕਰਾਂਗੇ, ਕੱਲ ਦੀ ਵੀਡੀਓ ਦੇ ਵਿੱਚ। ਮੌਨ ਵਾਚਨ ਮੌਨ ਵਾਚਨ ਦੇ ਸਥੂਲ ਇਹਦੇ ਮਹੱਤਵ ਕਰਾਂਗੇ, ਕਿਉਂਕਿ ਸਥੂਲ ਵਾਚਨ ਦਾ ਕੋਈ ਵੀ ਪ੍ਰਕਾਰ ਨਹੀਂ ਹਨ, ਇਸ ਕਰਕੇ ਉਹਦੇ ਕੋਈ ਪ੍ਰਕਾਰ ਨਹੀਂ ਹੈ, ਉਹਦੇ ਇਕੱਲੇ ਮਹੱਤਵ ਕਰਾਂਗੇ। ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਇਸ ਦੇ ਬਾਰੇ, ਤੇ ਉਸ ਤੋਂ ਬਾਅਦ ਆਪਾਂ ਮੌਨ ਵਾਚਨ ਕੀ ਹੈ, ਇਹਦਾ ਮਤਲਬ ਕੀ ਹੈ, ਉਹ ਆਪਾਂ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਤੇ ਅੱਜ ਦਾ ਇਹ ਆਪਣਾ ਟੌਪਿਕ ਖਤਮ ਹੋ ਚੁੱਕਿਆ ਹੈ। ਤੁਸੀਂ ਆਪਣੀ ਕਾਪੀ ਪੈਨ ਲੈ ਕੇ ਰੱਖਿਆ ਕਰੋ, ਨੋਟ ਕਰਦੇ ਜਾਓ। ਜਿਹੜੇ ਸਟੂਡੈਂਟ PS ਟੈਟ ਤੇ C ਟੈਟ ਦੀ ਤਿਆਰੀ ਕਰ ਰਹੇ ਨੇ, ਆਪਾਂ ਪੰਜਾਬੀ ਥਿਊਰੀ ਦੀ ਸਾਰੀਆਂ ਵੀਡੀਓ ਅਪਲੋਡ ਕਰ ਰਹੇ ਹਾਂ। ਇਸ ਦੇ ਨਾਲ SST ਸਬਜੈਕਟ, EVS, ਸਾਇੰਸ, ਇਸ ਤਰ੍ਹਾਂ ਦੇ ਟੌਪਿਕ ਆਪਾਂ ਜਿਹੜੇ ਵੀਡੀਓ ਜਲਦੀ ਇਸ ਚੈਨਲ ਤੇ ਅਪਲੋਡ ਕਰ ਰਹੇ ਹਾਂ। ਤੇ SST ਸ਼ੁਰੂ ਕਰ ਦਿੱਤੀ ਹੈ, ਸਟਾਰਟ ਕਰ ਦਿੱਤੀ ਹੈ। ਤੇ CDP ਦਾ ਸੋਚ ਰਹੇ ਹਾਂ ਕਿ ਅਸੀਂ ਸਿਲੇਬਸ ਸਟਾਰਟ ਕਰੀਏ ਜਾਂ ਫਿਰ ਸਿੱਧਾ ਕੁਐਸਚਨਿੰਗ MCQ ਕਰੀਏ, ਤਾਂ ਉਹ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ। CDP ਨੂੰ ਕਿਸ ਤਰ੍ਹਾਂ ਕਰੀਏ, MCQ ਦੇ ਨਾਲ ਸਮਝੀਏ ਜਾਂ ਫਿਰ ਅਲੱਗ ਤੋਂ ਥਿਊਰੀ ਕਰਵਾਈ ਜਾਏ। ਪਰ ਪੰਜਾਬੀ MCQ ਤਾਂ ਜ਼ਰੂਰ ਕਰ ਲਵਾਂਗੇ, ਪਰ ਇਹਦੀ ਥਿਊਰੀ ਸਮਝਣੀ ਸੌਖੀ ਹੋ ਜਾਏਗੀ। ਜੇਕਰ ਆਪਾਂ ਥਿਊਰੀ ਕਰ ਲਵਾਂਗੇ ਤਾਂ MCQ ਕਰਨੇ ਬਹੁਤੇ ਔਖੇ ਨਹੀਂ ਹਨ, ਕਿਉਂਕਿ ਇਹ ਬਹੁਤਾ ਔਖਾ ਨਹੀਂ ਹੈ। ਉਸ ਦੇ ਨਾਲ ਇੰਗਲਿਸ਼ ਵੀ ਜਲਦੀ ਆਪਾਂ ਸਟਾਰਟ ਕਰ ਦੇਵਾਂਗੇ, ਤੇ ਬਾਕੀ ਦਾ ਸਬਜੈਕਟ ਤਾਂ ਕੋਈ ਰਹਿੰਦਾ ਹੀ ਨਹੀਂ ਹੈ। ਹਾਂ, ਮੈਥ, ਇਹਦੇ ਨਾਲ ਮੈਥ ਆਪਣਾ ਰਹਿ ਗਿਆ, ਉਹ ਵੀ ਜਲਦੀ ਆਪਾਂ ਸ਼ੁਰੂ ਕਰ ਦੇਵਾਂਗੇ। ਅਗਰ ਤੁਹਾਨੂੰ ਕੋਈ ਵੀ ਡਾਊਟ ਹੋਇਆ ਤੁਸੀਂ ਕਲੀਅਰ ਕਰ ਸਕਦੇ ਹੋ। ਇੰਸਟਾਗ੍ਰਾਮ ਅਕਾਊਂਟ ਹੈ JV Station, ਟੈਲੀਗ੍ਰਾਮ ਚੈਨਲ ਹੈ, ਜੁਆਇਨ ਕਰ ਸਕਦੇ ਹੋ। ਕਮੈਂਟ ਕਰਕੇ ਸਾਨੂੰ ਦੱਸਣਾ ਹੈ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਹੈ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤਾਂ ਜੋ ਇਸ ਤਰ੍ਹਾਂ ਦੀ ਅਪਡੇਟਸ ਤੁਹਾਨੂੰ ਇਹ ਵੀਡੀਓ ਦੇ ਲਗਾਤਾਰ ਮਿਲਦੇ ਰਹਿਣ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।